ਇੰਨੇ ਸਾਲਾਂ ਦੇ ਦੌਰਾਨ ਕਿਸਾਨਾਂ ਨੇ ਇੰਨੀ ਏਕਤਾ ਨਹੀਂ ਦਿਖਾਈ ਜੋ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ। ਇਸ ਏਕਤਾ ਦਾ ਫਾਇਦਾ ਕਿਸਾਨਾਂ ਨੂੰ ਸਰਕਾਰ ਤੋਂ ਆਪਣੀ ਜ਼ਰੂਰਤ ਵਾਲੇ ਕਾਨੂੰਨਾਂ ਨੂੰ ਬਣਵਾਉਣ ਦੇ ਵਿੱਚ ਹੈ, ਨਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿੱਚ। ਉਹਨਾਂ ਦੀ ਜਿੱਤ ਇਸੇ ਦੇ ਵਿੱਚ ਹੈ ਕਿ ਉਹ ਸਰਕਾਰ ਦੇ ਨਾਲ ਬੈਠ ਕੇ ਆਪਣੀ ਸੁਵਿਧਾ ਵਾਲੇ ਬਦਲਾਅ ਕਾਨੂੰਨਾਂ ਦੇ ਵਿੱਚ ਸ਼ਾਮਲ ਕਰਵਾ ਲੈਣ। ਕਿਸਾਨਾਂ ਤੇ ਖੇਤੀਬਾੜੀ ਖੇਤਰ ਦੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਦਾ ਖਾਕਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਤਿਆਰ ਕਰਕੇ ਸਰਕਾਰ ਦੇ ਕੋਲ ਭੇਜਿਆ ਜਾ ਸਕਦਾ ਹੈ। ਕੋਈ ਵੀ ਪ੍ਰਸਿੱਧ ਸਰਕਾਰ ਕਿਸਾਨਾਂ ਦੀ ਵਾਜਬ ਮੰਗਾਂ ਨੂੰ ਮੰਨਣ ਤੋਂ ਇਨਕਾਰ ਨਹੀਂ ਕਰੇਗੀ। ਅੱਜ ਜ਼ਰੂਰਤ ਕਿਸਾਨਾਂ ਦੀ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਲੱਭਣ ਦੀ ਹੈ। ਇਸੇ ਦੇ ਲਈ ਹੀ ਖੇਤੀਬਾੜੀ ਖੇਤਰ ਦੇ ਵਿੱਚ ਹੁਣ ਤੱਕ ਦੀ ਪ੍ਰਗਤੀ ਤੇ ਹੀ ਇੱਕ ਨਜ਼ਰ ਪਾਉਣਾ ਜ਼ਰੂਰੀ ਹੈ। ਬੀਤੇ ਸਾਲਾਂ ਦੌਰਾਨ ਕਿਸਾਨ ਖੇਤੀ ਦੇ ਵਿੱਚ ਕਈ ਕ੍ਰਾਂਤੀਆਂ ਲੈ ਕੇ ਆਏ ਨੇ, ਜਿਵੇਂ ਕਿ ਅਨਾਜ ਦੇ ਵਿੱਚ ਹਰੀ ਕ੍ਰਾਂਤੀ, ਦੁੱਧ ਦੇ ਵਿੱਚ ਸਫੇਦ ਕ੍ਰਾਂਤੀ, ਫਲ ਸਬਜ਼ੀਆਂ ਦੇ ਵਿੱਚ ਸੁਨਹਿਰੀ ਕ੍ਰਾਂਤੀ, ਸਮੁੰਦਰੀ ਉਤਪਾਦਾਂ ਦੇ ਵਿੱਚ ਨੀਲੀ ਕ੍ਰਾਂਤੀ ਵਰਗੀਆਂ ਆਦਿ ਕ੍ਰਾਂਤੀਆਂ। ਇਹਨਾਂ ਦੇ ਵਿੱਚ ਕਿਸਾਨਾਂ ਦੀ ਆਰਥਿਕ ਦਸ਼ਾ ਦੇ ਵਿੱਚ ਵੱਡਾ ਬਦਲਾਅ ਆਇਆ ਹੈ। ਦੇਸ਼ ਅਨਾਜ ਦੇ ਸੰਕਟ ਤੋਂ ਨਿਕਲ ਕੇ ਅਨਾਜ ਦੇ ਵਿੱਚ ਸਰਪਲਸ ਹੋ ਗਿਆ। ਇਹਨਾਂ ਦੇ ਵਿੱਚ ਸਭ ਤੋਂ ਅਹਿਮ ਹੈ ਹਰੀ ਕ੍ਰਾਂਤੀ। ਇਹ 1961 ਦੇ ਵਿੱਚ ਸ਼ੁਰੂ ਹੋਈ। ਉਦੋਂ ਦੇਸ਼ ਦੇ ਵਿੱਚ ਅਨਾਜ ਦੇ ਲਾਲੇ ਪੈ ਗਏ ਸਨ, ਭੁੱਖਮਰੀ ਸੀ, ਖੇਤੀ ਘਾਟੇ ਦਾ ਸੌਦਾ ਸੀ। ਫਿਰ ਸਰਕਾਰ ਨੇ ਨਵੇਂ ਆਰਥਿਕ ਕਦਮ ਚੁੱਕੇ। ਕਣਕ ਚੌਲ ਦੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕੀਤੀ। ਇਹਨਾਂ ਦੇ ਵਿੱਚ ਕਿਸਾਨਾਂ ਨੂੰ ਉਨੇ ਹੀ ਖੇਤਾਂ ਦੇ ਵਿੱਚ ਸਾਲ ਦਰ ਸਾਲ ਜ਼ਿਆਦਾ ਅਨਾਜ ਉਗਾਉਣ ਦੇ ਵਿੱਚ ਮਦਦ ਮਿਲੀ। ਇਹਨਾਂ ਆਰਥਿਕ ਉਪਾਇਆਂ ਨੇ ਹਰੀ ਕ੍ਰਾਂਤੀ ਨੂੰ ਕਾਮਯਾਬ ਬਣਾਇਆ। ਬੇਸ਼ੱਕ ਕਈ ਨਵੀਆਂ ਸਮੱਸਿਆਵਾਂ ਵੀ ਪੈਦਾ ਹੋਈਆਂ, ਜਿਵੇਂ ਸਿੰਚਾਈ ਦੇ ਪਾਣੀ ਦੀ ਕਮੀ ਹੋਣ ਲੱਗੀ, ਜ਼ਮੀਨੀ ਪਾਣੀ ਦਾ ਹੋਰ ਹੇਠਾਂ ਡਿੱਗਣਾ, ਕੈਮੀਕਲ ਖਾਦਾਂ ਦਾ ਅੰਨ੍ਹੇਵਾਹ ਇਸਤੇਮਾਲ, ਜਿਨੇ ਸਾਡੀ ਮਿੱਟੀ ਨੂੰ ਬੁਰੀ ਤਰ੍ਹਾਂ ਦੇ ਨਾਲ ਖਰਾਬ ਕਰ ਦਿੱਤਾ। ਇਸ ਵੇਲੇ ਅਸੀਂ ਇੱਕ ਤਰ੍ਹਾਂ ਦੇ ਨਾਲ ਉਸੇ ਮੁਕਾਮ ਤੇ ਪਹੁੰਚ ਚੁੱਕੇ ਸੀ ਜਿੱਥੋਂ ਚੱਲੇ ਹੋਏ ਸੀ। ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ, ਕਿਉਂਕਿ ਖੇਤੀ ਦਾ ਵਿਕਾਸ ਸੁਸਤ ਰਫ਼ਤਾਰ ਦੇ ਨਾਲ ਹੋ ਰਿਹਾ ਹੈ। ਆਜ਼ਾਦੀ ਤੋਂ ਬਾਅਦ ਤੋਂ ਹੀ ਦੇਸ਼ ਦੇ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦੇ ਵੱਲੋਂ ਵੱਖ-ਵੱਖ ਖੇਤੀ ਕਾਨੂੰਨ ਬਣਾਏ ਗਏ ਨੇ। ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਦੇ ਵਿਕਾਸ ਦੇ ਲਈ 2 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਲੰਬੀ ਚੌੜੀ ਚਰਚਾਵਾਂ ਦਾ ਦੌਰ ਚੱਲਿਆ ਹੈ। ਸੂਬਿਆਂ ਨੇ ਖੁਦ ਵੀ ਖੇਤੀ ਮੰਡੀਆਂ ਵਰਗੇ ਵਿਸ਼ਿਆਂ ਦੇ ਨਾਲ ਸੰਬੰਧਿਤ ਕਈ ਨਵੇਂ ਕਾਨੂੰਨ ਬਣਾਏ, ਪਰ ਇਸ ਸਮੱਸਿਆਵਾਂ ਦਾ ਹੱਲ ਕੱਢਣ ਦੇ ਲਈ ਨਾਕਾਫੀ ਰਹੇ। ਅਸੀਂ ਇਹਨਾਂ ਮੁੱਦਿਆਂ ਦੇ ਨਾਲ ਜੁੜੇ ਪਿਛਲੇ ਲੇਖਾਂ ਦੇ ਵਿੱਚ ਵੀ ਨਵੇਂ ਕਾਨੂੰਨਾਂ ਦੇ ਪ੍ਰਾਵਧਾਨਾਂ ਤੇ ਸੰਖੇਪ ਦੇ ਵਿੱਚ ਚਰਚਾ ਕੀਤੀ ਹੈ ਤੇ ਇਹ ਵੀ ਦੱਸਿਆ ਕਿ ਕਿਸਾਨ, ਆਮ ਨਾਗਰਿਕਾਂ ਅਤੇ ਖੇਤੀ ਦੇ ਵਿੱਚ ਹੋਣ ਵਾਲੇ ਫਾਇਦਿਆਂ ਤੇ ਸਰਕਾਰ ਦਾ ਨਜ਼ਰੀਆ ਕੀ ਹੈ। ਕਿਸਾਨਾਂ ਦੀਆਂ ਗੰਭੀਰ ਆਸ਼ੰਕਾਵਾਂ ਵੀ ਇਹਨਾਂ ਲੇਖਾਂ ਦੇ ਵਿੱਚ ਸ਼ਾਮਲ ਨੇ। ਕਿਸਾਨਾਂ ਤੇ ਖੇਤੀ ਦੀ ਸਮੱਸਿਆਵਾਂ ਦੇ ਹੱਲ ਤੇ ਚਰਚਾ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਮੀਨੀ ਹਕੀਕਤ ਨੂੰ ਸਮਝੀਏ ਤਾਂ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਨੂੰ ਕਾਰਗਰ ਬਣਾਇਆ ਜਾ ਸਕੇ। ਇਸ ਲੇਖ ਦੇ ਵਿੱਚ ਅਸੀਂ ਸਿਰਫ ਕਿਸਾਨਾਂ ਦੇ ਕਲਿਆਣ ਤੇ ਚਰਚਾ ਕਰ ਰਹੇ ਹਾਂ। ਕਿਸ ਤਰ੍ਹਾਂ ਦੇ ਨਾਲ ਜ਼ਰੂਰੀ ਕਾਨੂੰਨਾਂ ਨੂੰ ਪ੍ਰਭਾਵੀ ਬਣਾ ਕੇ ਇਹ ਸੰਭਵ ਹੈ। ਕਿਸਾਨਾਂ ਦੀ ਵਾਜਬ ਮੰਗਾਂ ਨੂੰ ਸਵੀਕਾਰ ਕਰਕੇ ਅਤੇ ਦੇਸ਼ ਰੂਪੀ ਪਰਿਵਾਰ ਦੇ ਮੁਖੀਆ ਦੀ ਭੂਮਿਕਾ ਨਿਭਾ ਕੇ ਕੇਂਦਰ ਨੂੰ ਇਹਨਾਂ ਮੰਗਾਂ ਨੂੰ ਸਵੀਕਾਰ ਕਰਕੇ ਖੇਤੀ ਸਮੁਦਾਇ ਦਾ ਦਿਲ ਤੇ ਸਮਰਥਨ ਜਿੱਤ ਲੈਣਾ ਚਾਹੀਦਾ ਹੈ। ਸਰਕਾਰ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲਿਖਤ ਰੂਪ ਦੇ ਵਿੱਚ ਦੇਣ ਦਾ ਮੌਕਾ ਦੇਵੇਗੀ ਤਾਂ ਉਸ ਦੀ ਗੰਭੀਰਤਾ ਤੇ ਨੇਕ ਨੀਅਤੀ ਦਿਖਾਈ ਦੇਵੇਗੀ ਅਤੇ ਭਾਰਤ ਦੇ ਵਿੱਚ ਇੱਕ ਇਤਿਹਾਸ ਕਾਇਮ ਹੋ ਜਾਵੇਗਾ। ਇਸ ਦੇ ਨਾਲ ਨਾ ਸਿਰਫ ਆਪਣੇ ਦੇਸ਼ ਪ੍ਰਦੇਸ਼ ਦਾ ਬਲਕਿ ਪੂਰੇ ਮਾਨਵ ਜਾਤੀ ਦਾ ਵੀ ਹੱਲ ਹੋ ਸਕਦਾ ਹੈ। ਸਹਿਕਾਰੀ ਖੇਤੀ ਹੀ ਘੱਟ ਜ਼ਮੀਨ ਵਾਲੇ ਕਿਸਾਨਾਂ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਹੈ। ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਛੋਟਾ ਕਿਸਾਨ, ਵੱਡਾ ਕਿਸਾਨ। ਮੇਰਾ ਮੰਨਣਾ ਹੈ ਕਿ ਇੱਕ ਕਿਸਾਨ ਹੀ ਹੈ, ਕੋਈ ਛੋਟਾ ਜਾਂ ਵੱਡਾ ਨਹੀਂ ਹੈ। ਹਾਂ, ਕਿਸੇ ਕੋਲ ਵਧੇਰੇ ਜ਼ਮੀਨ ਹੈ ਤੇ ਕਿਸੇ ਕੋਲ ਘੱਟ ਹੈ। ਜੇ ਘੱਟ ਜ਼ਮੀਨ ਵਾਲੇ ਕਿਸਾਨ ਇਕੱਠੇ ਹੋ ਕੇ ਸਹਿਕਾਰੀ ਬਣ ਕੇ ਇੱਕ ਵਿਸ਼ੇਸ਼ ਫਸਲ ਉਗਾਉਂਦੇ ਨੇ ਤਾਂ ਇਸ ਖੇਤੀ ਵਿੱਚ ਇੱਕ ਫਾਇਦਾ ਹੈ। ਸਮਝੌਤੇ ਦੀ ਖੇਤੀ ਦੇ ਵਿੱਚ ਖੇਤੀਬਾੜੀ ਇੱਕ ਕੰਪਨੀ ਜਾਂ ਇੱਕ ਵਪਾਰੀ ਦੇ ਨਾਲ ਇਕਰਾਰਨਾਮੇ ਦੁਆਰਾ ਕੀਤੀ ਜਾਂਦੀ ਹੈ। ਇਹ ਬਾਅਦ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਜੇ ਕੋਈ ਵਿਵਾਦ ਹੈ, ਮੁਕੱਦਮਾ ਹੈ, ਛੋਟੇ ਕਿਸਾਨਾਂ ਦੇ ਲਈ ਇਹ ਬਹੁਤ ਦੁੱਖ ਵਾਲੀ ਗੱਲ ਹੋ ਸਕਦੀ ਹੈ। ਸਹਿਕਾਰੀ ਖੇਤੀ ਦੇ ਨਾਲ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਵੀ ਹੋ ਸਕਦਾ ਹੈ। ਬੀਜਾਂ, ਖਾਦਾਂ, ਰਸਾਇਣਾਂ ਆਦਿ ਦੇ ਲਈ ਆਰੀਆ ਜਾਂ ਕਮਿਸ਼ਨ ਏਜੰਟ ਇਹ ਕੰਮ ਉਹ ਸਹਿਕਾਰਤਾ ਬਣਾ ਕੇ ਖੁਦ ਕਰ ਸਕਦੇ ਨੇ। ਦੇਸ਼ ਵਿੱਚ ਸਹਿਕਾਰੀ ਕਾਨੂੰਨ ਉਪਲਬਧ ਹਨ। ਇਹ ਵੇਖਣਾ ਬਾਕੀ ਹੈ ਕਿ ਉਹ ਕਿੰਨੇ ਸਫਲ ਹਨ। ਸਹਿਕਾਰਤਾ ਦੀ ਸੋਚ ਨੂੰ ਕਿਸਾਨਾਂ ਨੂੰ ਸਹਿਕਾਰੀ ਬਣਾ ਕੇ ਅੱਗੇ ਵਧਾਉਣਾ ਪਵੇਗਾ। ਉਹਨਾਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਹੈ, ਫਿਰ ਉਹ ਆਪਣੀਆਂ ਮੁਸ਼ਕਲਾਂ ਦੇ ਵਲੇਵੇਂ ਤੋਂ ਬਾਹਰ ਆ ਸਕਦੇ ਨੇ। ਮੇਰਾ ਮੰਨਣਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਇਕਰਾਰਨਾਮੇ ਜਾਂ ਕਾਰਪੋਰੇਟ ਖੇਤੀ ਦੇ ਵਿੱਚ ਨਹੀਂ, ਬਲਕਿ ਸਹਿਕਾਰੀ ਖੇਤੀ ਦੇ ਵਿੱਚ ਹੈ। ਸਰਕਾਰ ਨੂੰ ਇਸ ਵਿੱਚ ਮਦਦ ਕਰਨੀ ਚਾਹੀਦੀ ਹੈ। ਅਜਿਹੇ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਤਾਂ ਜੋ ਕਿਸਾਨ ਖੇਤੀ ਤੋਂ ਪਰੇ ਜਾਣ ਅਤੇ ਵਪਾਰ ਕਰਨ ਦੀ ਸਿਖਲਾਈ ਪ੍ਰਾਪਤ ਕਰਨ। ਫਿਰ ਕਿਸਾਨ ਸਫਲ ਹੋ ਜਾਏਗਾ
ਤੇ ਟਿਕਾਊ ਖੇਤੀ ਦਾ ਵਿਚਾਰ ਵੀ ਪ੍ਰਵਾਨ ਚੜੇਗਾ। ਉਹ ਅਜਿਹੀਆਂ ਫਸਲਾਂ ਉਗਾਉਣ ਜਿਸ ਦੀ ਮੰਗ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਅਲੱਗ-ਅਲੱਗ ਫਸਲ ਉਗਾ ਸਕਦੇ ਨੇ। ਉਹ ਦੇਖਣ ਕਿ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਬਾਜ਼ਾਰਾਂ 'ਚ ਕਿਸ ਚੀਜ਼ ਦੀ ਮੰਗ ਜ਼ਿਆਦਾ ਹੈ। ਉਹਨਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਹੋ ਸਕਦਾ ਹੈ, ਜਿਵੇਂ 2 ਏਕੜ ਵਾਲੇ ਕਿਸਾਨਾਂ ਦੇ ਕੋਲ ਵੀ ਲੱਖਾਂ ਰੁਪਏ ਦੇ ਟਰੈਕਟਰ ਤੋਂ ਲੈ ਕੇ ਹਰ ਤਰ੍ਹਾਂ ਦੀ ਖੇਤੀ ਮਸ਼ੀਨਰੀ ਹੁੰਦੀ ਹੈ। ਇਹ ਸਾਲ ਭਰ ਖਾਲੀ ਪਈ ਰਹਿੰਦੀ ਹੈ। ਕੋਆਪਰੇਟਿਵ ਫਾਰਮਿੰਗ ਹੋਵੇਗੀ ਤਾਂ ਕਿਸਾਨ ਨੂੰ ਟਰੈਕਟਰ ਜਾਂ ਮਸ਼ੀਨਰੀ ਤੇ ਵਿਆਜ ਦੇ ਜਾਲ ਤੋਂ ਮੁਕਤੀ ਮਿਲੇਗੀ। ਉਹ ਚਾਹੇ ਤਾਂ ਕੋਆਪਰੇਟਿਵ ਦੇ ਨਾਲ ਖੁਦ ਖੇਤੀ ਕਰ ਸਕਦੇ ਨੇ ਜਾਂ ਕੋਆਪਰੇਟਿਵ ਨੂੰ ਜ਼ਮੀਨ ਦੇ ਕੇ ਮੁਨਾਫਾ ਪਾ ਸਕਦੇ ਨੇ। ਮੇਰਾ ਸੁਝਾਅ ਹੈ ਕਿ ਕੋਆਪਰੇਟਿਵ ਫਾਰਮਿੰਗ ਦੇ ਲਈ ਸਰਕਾਰ ਮਦਦ ਕਰੇ ਅਤੇ ਨਵੇਂ ਕਾਨੂੰਨਾਂ ਦੇ ਵਿੱਚ ਇਸ ਨੂੰ ਸ਼ਾਮਲ ਕਰਨ ਦੇ ਲਈ ਸੋਧ ਲਿਆਵੇ। ਇਹਨਾਂ ਕੋਆਪਰੇਟਿਵ ਦੇ ਜ਼ਰੀਏ ਐਗਰੋ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਲਗਾਉਣਾ ਅਗਲਾ ਹੱਲ ਹੋ ਸਕਦਾ ਹੈ। ਇਹਨਾਂ ਦੇ ਵਿੱਚ ਕਿਸਾਨ ਨਾ ਸਿਰਫ ਮੰਗ ਅਤੇ ਪੂਰਤੀ ਦੀ ਚੇਨ ਨੂੰ ਕੰਟਰੋਲ ਕਰਕੇ ਕਈ ਗੁਣਾ ਫਾਇਦੇ ਉਠਾ ਸਕਦਾ ਹੈ, ਬਲਕਿ ਕਿਸਾਨੀ ਨੂੰ ਇੱਕ ਵਪਾਰ ਵੀ ਬਣਾ ਸਕਦਾ ਹੈ। ਕਿਸਾਨਾਂ ਦਾ ਫਾਰਮਰਸ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਉਣ ਦੇ ਵਿੱਚ ਅੱਜ ਜ਼ਰੂਰਤ ਹੈ FPO ਅਤੇ ਸੈਲਫ ਹੈਲਪ ਸਮੂਹ ਬਣਾਉਣ ਦੀ, ਜਿਨ੍ਹਾਂ ਦੀ ਗਿਣਤੀ ਪੰਜਾਬ ਦੇ ਵਿੱਚ ਨਾ ਮਾਤਰ ਹੀ ਹੈ, ਜਦਕਿ ਦੇਸ਼ ਦੇ ਵਿੱਚ ਵੀ ਬਹੁਤ ਘੱਟ ਹੈ। ਸਾਨੂੰ ਸਰਕਾਰਾਂ ਤੋਂ ਅਜਿਹੇ ਪ੍ਰੋਸੈਸਿੰਗ ਯੂਨਿਟ ਹਰ ਇਲਾਕੇ, ਹਰ ਜ਼ਿਲ੍ਹੇ ਅਤੇ ਹਰ ਸੂਬੇ ਦੇ ਵਿੱਚ ਸਥਾਪਿਤ ਕਰਨ ਦੇ ਲਈ ਮਦਦ ਮੰਗਣੀ ਚਾਹੀਦੀ ਹੈ ਅਤੇ ਸਰਲ ਕਾਨੂੰਨ ਬਣਾਉਣ ਦੀ ਅਪੀਲ ਕਰਨ ਦੀ ਵੀ ਲੋੜ ਹੈ, ਚਾਹੇ ਉਹ ਸੂਬਾ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ। FPO ਨੂੰ ਕਿਸਾਨਾਂ ਦੇ ਰੂਪ 'ਚ ਅਜਿਹੇ ਫਾਇਦੇ ਹੋਣਗੇ ਜੋ ਕਿਸੇ ਕੰਪਨੀ ਜਾਂ ਵਪਾਰੀ ਨੂੰ ਨਹੀਂ ਹਨ। ਇਹ ਕਾਨੂੰਨ ਖੇਤੀ ਬਾਜ਼ਾਰ ਨੂੰ ਹੀ ਉਤਸ਼ਾਹਿਤ ਕਰਦੇ ਨੇ। ਕਿਸਾਨ ਆਪਸ ਦੇ ਵਿੱਚ ਮਿਲ ਕੇ ਵੱਡੀ ਲੈਂਡ ਹੋਲਡਿੰਗ ਬਣਾਉਣ, ਕਿਸਾਨਾਂ ਨੂੰ ਦੂਸਰੇ ਕਿਸਾਨਾਂ ਦੇ ਨਾਲ ਮਿਲ ਕੇ ਖੁਦ ਵੱਡੀਆਂ ਲੈਂਡ ਹੋਲਡਿੰਗ ਬਣਾਉਣੀ ਚਾਹੀਦੀ ਹੈ। ਸਾਡੇ ਦੇਸ਼ ਦੇ ਵਿੱਚ ਘੱਟ ਲੈਂਡ ਹੋਲਡਿੰਗ ਕਰਨ ਵਾਲੇ ਕਿਸਾਨ ਜ਼ਿਆਦਾ ਨੇ। ਅਜਿਹੇ ਵਿੱਚ ਕਿਸਾਨਾਂ ਨੂੰ ਖੇਤੀ ਨੂੰ ਪਾਰਟ ਟਾਈਮ ਕੰਮ ਬਣਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਖੇਤੀ ਦੇ ਨਾਲ ਜੁੜੇ ਹੋਰ ਕੰਮਾਂ ਜਿਵੇਂ ਕਿ ਖੇਤੀ ਉਪਜਾਂ ਦੀ ਪ੍ਰੋਸੈਸਿੰਗ, ਪੈਕੇਜਿੰਗ, ਮਾਰਕੀਟਿੰਗ ਦੇ ਵਿੱਚ ਸਮਾਂ ਵੱਧ ਲਗਾਉਣਾ ਚਾਹੀਦਾ ਹੈ। ਅੱਜ ਲੋੜ ਹੈ ਅਜਿਹੇ ਕਿਸਾਨਾਂ ਦੀ ਜੋ ਪਿਛਲੇ 5 ਸਾਲਾਂ ਤੋਂ ਆਪਣੀ ਜ਼ਮੀਨ ਤੇ ਖੇਤੀ ਕਰ ਰਹੇ ਨੇ, ਜੋਖਿਮ ਉਠਾਉਣ ਦੇ ਲਈ ਤਿਆਰ ਨੇ, ਪੜ੍ਹੇ ਲਿਖੇ ਹਨ, ਇਨਵੈਸਟਮੈਂਟ ਕਰਨ ਅਤੇ ਕਰਜ਼ ਲੈਣ ਦੇ ਬਾਰੇ ਸੋਚ ਰੱਖਦੇ ਨੇ, ਦੂਸਰਿਆਂ ਦੇ ਨਾਲ ਮਿਲ ਕੇ ਚੱਲਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ, ਬਹੁਤ ਜ਼ਿਆਦਾ ਕਮਾਉਣ ਦੀ ਇੱਛਾ ਰੱਖਦੇ ਨੇ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਨਹੀਂ, ਬਲਕਿ ਲੋੜ ਪਵੇ ਤਾਂ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਕੰਮ ਕਰਨ ਦੀ ਇੱਛਾ ਰੱਖਦੇ ਨੇ। ਕਿਸਾਨ ਹੋਣ ਦੇ ਫਾਇਦੇ: ਖੁਦ ਕੁਦਰਤ ਦੇ ਨਾਲ ਰਹਿੰਦੇ ਨੇ। ਆਪ ਨਾ ਸਿਰਫ ਪ੍ਰਦੂਸ਼ਣ ਰੋਕਣ ਦਾ ਕੰਮ ਕਰਦੇ ਨੇ, ਬਲਕਿ ਆਕਸੀਜਨ ਵਧਾਉਣ ਦੇ ਵਿੱਚ ਵੀ ਸਹਾਇਕ ਹੁੰਦੇ ਨੇ। ਖੁਦ ਇੰਸਪੈਕਟਰ ਰਾਜ ਤੋਂ ਮੁਕਤ ਰਹਿੰਦੇ ਨੇ, ਕੋਈ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਤੇ ਕਿਸੇ ਵੀ ਡਾਇਰੈਕਟ ਟੈਕਸ ਦਾ ਬੋਝ ਨਹੀਂ ਹੈ, ਜਿਵੇਂ ਕਿ ਇਨਕਮ ਟੈਕਸ, ਐਕਸਾਈਜ਼ ਵਗੈਰਾ ਆਦਿ। ਤੁਹਾਨੂੰ ਬਿਜਲੀ ਮੁਫਤ ਅਤੇ ਘੱਟ ਦਰਾਂ ਤੇ ਮਿਲਦੀ ਹੈ। ਸਬਸਿਡੀ ਪ੍ਰਾਪਤ ਕਰਨ ਦੇ ਲਈ ਕਈ ਮੌਕੇ ਨੇ ਤੁਹਾਡੇ ਕੋਲ, ਜਿਵੇਂ ਕਿ ਨਵੇਂ ਤਰ੍ਹਾਂ ਦੀ ਫਸਲ ਉਗਾਉਣ ਜਾਂ ਮਸ਼ੀਨਰੀ ਖਰੀਦਣ ਦੇ ਲਈ। ਬੈਂਕਾਂ ਦੇ ਵਿੱਚ ਘੱਟ ਵਿਆਜ ਤੇ ਕਰਜ਼ ਲੈਣ ਦੀ ਸੁਵਿਧਾ ਹੈ। ਕਈ ਵਾਰ ਕਰਜ਼ ਮਾਫੀ ਦੀ ਵੀ ਸੁਵਿਧਾ ਹੈ। ਫਸਲੀ ਬੀਮਾ ਘੱਟ ਦਰਾਂ ਤੇ ਅਤੇ ਸਰਕਾਰ ਦੀ ਮਦਦ ਵੀ ਮਿਲਦੀ ਹੈ। ਤੁਸੀਂ ਖੁਦ ਦਾ ਕੰਮ ਕਿਸੇ ਬੌਸ ਦੇ ਡਾਂਟ ਦੀ ਕੋਈ ਚਿੰਤਾ ਕੀਤੇ ਬਿਨਾਂ ਹੀ ਕਰ ਲੈਂਦੇ ਹੋ। ਚਾਹੇ ਤਾਂ ਪਾਰਟ ਟਾਈਮ ਖੇਤੀ ਜਾਂ ਫਿਰ ਜ਼ਿਆਦਾ ਕਮਾਈ ਦੇ ਲਈ ਫੁੱਲ ਟਾਈਮ ਖੇਤੀ ਕਰ ਸਕਦੇ ਹੋ। ਕਿ ਇਹਨਾਂ ਦੇ ਵਿੱਚ ਕੋਈ ਵੀ ਫਾਇਦਾ ਦੱਸ ਸਕਦੇ ਹੋ ਜੋ ਵਪਾਰੀ ਜਾਂ ਕਿਸੇ ਕਾਰੋਬਾਰੀ ਨੂੰ ਹੁੰਦਾ ਹੋਵੇ? ਹੈ ਨਾ ਕਿਸਾਨੀ ਇੱਕ ਫਾਇਦੇ ਦਾ ਸੌਦਾ। ਅਸੀਂ ਅੱਧਾ ਗਿਲਾਸ ਦੁੱਧ ਨੂੰ ਅੱਧਾ ਭਰਿਆ ਹੋਣ ਦੀ ਨਜ਼ਰ ਦੇ ਨਾਲ ਦੇਖਣਾ, ਨਾ ਕਿ ਅੱਧਾ ਖਾਲੀ ਹੋਣ ਵਾਲੀ ਨਜ਼ਰ ਦੇ ਨਾਲ। ਲੇਖਕ ਨਾਲ ਜਾਣ ਪਛਾਣ: ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬੰਗਾ ਨਿਵਾਸੀ ਲੇਖਕ ਰਾਜਪਾਲ ਸਿੰਘ ਗਾਂਧੀ ਨੇ ਖੁਦ ਜ਼ਮੀਨ ਖਰੀਦ ਕੇ ਖੇਤੀ ਨੂੰ ਕਾਰੋਬਾਰ ਦੇ ਰੂਪ 'ਚ ਚੁਣਿਆ। ਉਹਨਾਂ ਨੇ ਕੁਦਰਤੀ ਮਿਠਾਸ ਵਾਲੀ ਸਟੀਵੀਆ ਯਾਨੀ ਕਿ ਮਿੱਠੀ ਤੁਲਸੀ ਦੀ ਖੇਤੀ ਸ਼ੁਰੂ ਕੀਤੀ ਅਤੇ ਦੇਸ਼ 'ਚ ਪਹਿਲੀ ਪ੍ਰੋਸੈਸਿੰਗ ਯੂਨਿਟ ਲਿਆ ਕੇ ਐਗਰੀਪ੍ਰੀਨਿਓਰ ਬਣੇ। ਸਟੀਵੀਆ ਖੰਡ ਦਾ ਦੂਸਰਾ ਆਪਸ਼ਨ ਹੈ। ਇਸ ਦੇ ਕਈ ਸਿਹਤਮੰਦ ਫਾਇਦੇ ਨੇ। ਉਹਨਾਂ ਨੂੰ ਹਰੀ ਕ੍ਰਾਂਤੀ ਦੇ ਜਨਕ ਡਾਕਟਰ MS ਸਵਾਮੀਨਾਥਨ ਤੋਂ ਪੁਰਸਕਾਰ ਵੀ ਮਿਲ ਚੁੱਕਿਆ। ਉਹਨਾਂ ਦਾ ਲਕਸ਼ ਹੈ ਕਿ ਸੰਪੰਨ ਕਿਸਾਨ ਤੇ ਸਵਸਥ ਸਮਾਜ ਦੇ ਨਾਲ ਦੇਸ਼ ਦੇ ਵਿੱਚ ਮਿੱਠੀ ਕ੍ਰਾਂਤੀ। ਉਹਨਾਂ ਦੀ ਕਹਾਣੀ ਇੱਕ ਕਾਮਯਾਬ ਕਿਸਾਨ ਤੇ ਖੇਤੀ ਉਦਮੀ ਦੀ ਹੈ। ਖੇਤੀ ਨਾ ਉਹਨਾਂ ਦੇ ਪਿਤਾ ਨੇ ਕੀਤੀ ਹੈ ਅਤੇ ਨਾ ਹੀ ਉਹਨਾਂ ਦੇ ਦਾਦਾ ਪੜਦਾਦਾ ਨੇ। ਜੇਕਰ ਉਹ ਕਿਸਾਨੀ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਤਾਂ ਫਿਰ ਕਈ ਪੀੜ੍ਹੀਆਂ ਤੋਂ ਖੇਤੀ ਕਰ ਰਹੇ ਕਿਸਾਨ ਕਿਉਂ ਨਹੀਂ? ਉਹਨਾਂ ਨੇ ਸੂਬਾ ਤੇ ਦੇਸ਼ ਪੱਧਰ ਤੇ ਕਈ ਤਰ੍ਹਾਂ ਦੇ ਪੁਰਸਕਾਰ ਜਿੱਤੇ ਨੇ। ਇਹਨਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਸਮਾਰੋਹ ਦੇ ਵਿੱਚ ਵੀ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੂੰ ਇੱਕ ਪੁਰਸਕਾਰ ਮਿਲ ਚੁੱਕਿਆ। ਉਹ ਕਹਿੰਦੇ ਨੇ ਕਿ ਮੈਂ ਉਸ ਸਿਆਸੀ ਦਲ ਦਾ ਸਮਰਥਕ ਹਾਂ ਜੋ ਕਿਸਾਨ ਅਤੇ ਖੇਤੀ ਨੂੰ ਉਤਸ਼ਾਹਿਤ ਕਰਦਾ ਹੈ
ਅਮਰੀਕੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਉਹਨਾਂ ਨੂੰ ਕਮਰਸ਼ੀਅਲ ਫਾਰਮਿੰਗ ਤੇ ਸਲਾਹ ਦੇਣ ਦੇ ਲਈ ਬੁਲਾ ਚੁੱਕੀ ਹੈ। ਜਰਮਨੀ, ਇਜ਼ਰਾਈਲ, ਕਾਂਗੋ ਦੇ ਵਿਗਿਆਨਕ ਵੀ ਉਹਨਾਂ ਦੇ ਖੇਤਾਂ ਨੂੰ ਦੇਖਣ ਦੇ ਲਈ ਆ ਚੁੱਕੇ ਨੇ।